ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਭਨ ਮੂਰਤ ਮੂਰਤ ਸਦਾ ਥਿਰ, ਲਾਈ ਚਿਤ ਸਨਮੁਖ ਰਹੋ। ਕਲ ਜੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਭੀਤਰ। ਕਲ ਜੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਭੀਤਰ। ਪਰਮ ਸਤਿਕਾਰਯੋਗ ਸ਼ਬਦ ਗੁਰੂ ਬ੍ਰਹਮ ਸਤਿਗੁਰੂ ਸਾਰੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਰਹਿਬਰ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮੁਬਾਰਕ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਾਹਿਬਾਂ ਦੀ ਗੋਦ ਦੇ ਅੰਦਰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬੜੇ ਹੀ ਪਿਆਰ ਦੇ ਨਾਲ ਬੱਚਿਆਂ ਦੇ ਪਾਸੋਂ ਹਰ ਜਸਬਾਣੀ ਦੇ ਕੀਰਤਨਾਂ ਨੂੰ ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਤਿੰਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਸਤਿਗੁਰਾਂ ਦੇ ਵੱਲੋਂ ਬਖਸ਼ੀ ਹੋਈ ਗੁਰਮਤ ਵਿਚਾਰ, ਇਤਿਹਾਸਿਕ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ। ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ, ਬੜੇ ਹੀ ਅਦਬ ਸਤਿਕਾਰ ਦੇ ਨਾਲ ਨਵਾਓ ਜੀ ਸੀਸ। ਦੋਨੋਂ ਹੀ ਹੱਥ ਜੋੜ ਕਰ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿੰਨਾਂ ਦੀ ਸ਼ਹਾਦਤ ਦੇ ਜੋ ਕਾਰਨ ਨੇ ਤਿੰਨਾਂ ਨੂੰ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਸਾਂ। ਕਿਹੜੇ ਕਾਰਨ ਜਿਨ੍ਹਾਂ ਦੇ ਕਰਕੇ ਪੰਚਮ ਪਾਤਸ਼ਾਹ ਜੀ ਨੂੰ ਸ਼ਹਾਦਤ ਦੇਣੀ ਪਈ, ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਕੱਲ੍ਹ ਦੀ ਜੋ ਵਿਚਾਰ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ, ਦੂਜਾ ਜਿਹੜਾ ਕਾਰਨ ਸੀ, ਇੱਕ ਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਤੇ ਦੂਸਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਣਾ, ਉਹਨਾਂ ਦਾ ਪ੍ਰਕਾਸ਼। ਇਹਦੇ ਨਾਲ ਉੱਚ ਜਾਤੀ ਦੇ ਜਿਹੜੇ ਅਭਿਮਾਨੀ ਸਨ, ਭਾਵੇਂ ਉਹ ਕਾਜੀ ਸੀ, ਭਾਵੇਂ ਕੋਈ ਮੌਲਾਨਾ ਸੀ,
ਭਾਵੇਂ ਕੋਈ ਬ੍ਰਾਹਮਣ ਸੀ, ਭਾਵ ਜਿੰਨੀ ਵੀ ਉੱਚ ਜਾਤੀ ਦੇ ਸਨ ਆਪਣੇ ਆਪ ਨੂੰ ਉੱਚੇ ਮੰਨਦੇ ਸਨ। ਇਹਨਾਂ ਨੂੰ ਸਭ ਤੋਂ ਵੱਡੀ ਠੇਸ ਲੱਗੀ ਹੈ, ਸਭ ਤੋਂ ਵੱਡਾ ਝਟਕਾ ਲੱਗਾ ਵੀ ਸੰਸਾਰ ਦੇ ਅੰਦਰ ਇੱਕ ਜੋ ਫਕੀਰ ਸੀ ਗੁਰੂ ਨਾਨਕ, ਉਹਦੀ ਪੰਜਵੀਂ ਜੋਤ ਨੇ ਇੱਕ ਇਹੋ ਜਿਹਾ ਗ੍ਰੰਥ ਤਿਆਰ ਕਰ ਦਿੱਤਾ ਜਿਹਦੇ ਵਿੱਚ ਭਾਵੇਂ ਕੋਈ ਸ਼ੂਦਰ ਹੈ, ਭਾਵੇਂ ਕੋਈ ਵੈਸ਼ ਹੈ, ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਜਿਨ੍ਹਾਂ ਦੀ ਬਾਣੀ ਦੇ ਵਿੱਚ ਉਸ ਮਾਲਕ ਦੀ ਸਿਫਤ ਸਲਾਹ ਮਿਲ ਰਹੀ ਸੀ, ਉਹਨਾਂ ਦੇ ਬਚਨਾਂ ਨੂੰ ਇਹਨਾਂ ਨੇ ਇੱਕ ਗ੍ਰੰਥ ਦੇ ਵਿੱਚ ਦਰਜ ਕਰ ਦਿੱਤਾ ਅਤੇ ਉਸ ਗ੍ਰੰਥ ਦਾ ਜਿਹੜਾ ਪ੍ਰਕਾਸ਼ ਹੈ ਉਸ ਹਰਮੰਦਰ ਦੇ ਵਿੱਚ ਕਰ ਦਿੱਤਾ, ਜਿਸ ਹਰਮੰਦਰ ਦੇ ਵਿੱਚ ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਸ਼ੂਦਰ ਹੈ, ਭਾਵੇਂ ਕੋਈ ਵੈਸ਼ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਉੱਥੇ ਜਾ ਕੇ ਕੋਈ ਵੀ ਮਾਲਕ ਦਾ ਨਾਮ ਲੈ ਸਕਦਾ ਹੈ, ਉਸ ਪਰਮਾਤਮਾ ਨੂੰ ਸਿਮਰ ਸਕਦਾ ਹੈ। ਇੱਕ ਗੱਲ ਦਾ ਧਿਆਨ ਰੱਖਿਆ ਜੇ ਪਿਆਰ ਵਾਲਿਓ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਨਾ, ਸਭ ਤੋਂ ਵੱਡੀ ਠੇਸ ਇਹ ਸੀ ਵੀ ਜਿੱਥੇ ਇਹਦੇ 4 ਦਰਵਾਜ਼ੇ ਰੱਖੇ ਗਏ ਵੱਖ-ਵੱਖ ਦਿਸ਼ਾਵਾਂ ਦੇ ਵਿੱਚ, ਜਿੱਥੇ ਹਰੇਕ ਵਰਨ ਦਾ, ਹਰੇਕ ਮਤ ਦਾ, ਕਿਸੇ ਵੀ ਧਰਮ ਦਾ ਮਨੁੱਖ ਆ ਕੇ ਬਹਿ ਸਕਦਾ ਸੀ, ਉੱਥੇ ਨਮਸਕਾਰ ਕਰ ਸਕਦਾ ਸੀ, ਪਰ ਉਹਦਾ ਜਿਹੜਾ ਮੇਨ ਰਸਤਾ ਇੱਕ ਹੀ ਸੀ। ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਨੇ ਆ, ਉਹਦੇ ਤੋਂ ਅੱਗੇ ਜਦੋਂ ਅੱਗੇ ਨਮਸਕਾਰ ਕਰਨ ਦੇ ਲਈ ਜਾਂਦੇ ਆ, ਰਸਤਾ ਇੱਕ ਹੀ ਹੈ। ਉਸੇ ਜਗ੍ਹਾ ਦੇ ਉੱਤੇ ਵੀ ਉੱਚੇ ਨੀਵੀਂ ਜਾਤੀ ਦੇ, ਅਮੀਰ ਗਰੀਬ, ਹਰੇਕ ਨੂੰ ਬਰਾਬਰਤਾ ਦਿੱਤੀ, ਪ੍ਰਧਾਨਤਾ ਦਿੱਤੀ। ਭਾਈ ਇੱਥੇ ਸਭ ਬਰਾਬਰ ਨੇ, ਕਿਉਂ ਉਹਨਾਂ ਨੇ ਉਸ ਚੀਜ਼ ਦੇ ਉੱਤੇ ਪਹਿਰਾ ਦਿੱਤਾ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਇਹ ਗੱਲ ਆਖੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸਭ ਤੋਂ ਵੱਡਾ ਕਾਰਨ ਸੀ ਉਹਨਾਂ ਲਈ। ਤੇ ਇਹਨਾਂ ਫਿਰ ਉੱਚ ਜਾਤੀਆਂ ਦੇ ਨੇ, ਤੇ ਇਹ ਜਿਹੜੇ 4 ਕਵੀ ਆਏ ਸਨ, ਭਗਤ ਆਏ ਸਨ, ਇਹਨਾਂ ਨੇ ਜਾ ਕੇ ਹੁਣ ਦਰਬਾਰ ਦੇ ਵਿੱਚ, ਸ਼ਾਹੀ ਦਰਬਾਰ ਦੇ ਵਿੱਚ ਜਾ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਸਭ ਤੋਂ ਪਹਿਲੀ ਜਿਹੜੀ ਸ਼ਿਕਾਇਤ ਹੈ ਅਕਬਰ ਦੇ ਕੋਲ, ਉਹਦੇ ਦਰਬਾਰ ਦੇ ਵਿੱਚ ਬੀਰਬਲ ਦੇ ਰਾਹੀਂ ਜਾਂਦੀ ਹੈ। ਬੀਰਬਲ ਦੇ ਕੋਲ, ਜਿਨ੍ਹਾਂ ਨੂੰ ਅੱਜ ਕੱਲ੍ਹ ਬੜੇ ਧਿਆਨ ਦੇ ਨਾਲ ਵੇਖਿਆ ਜਾਂਦਾ ਹੈ, ਜ਼ਿਆਦਾਤਰ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਉਹ ਗੁਰੂ ਘਰ ਦਾ ਵਿਰੋਧੀ ਸੀ ਵੀ ਆਪਾਂ ਆਮ ਸੀਰੀਅਲ ਵੀ ਵੇਖਦੇ ਹਾਂ, ਬੱਚਿਆਂ ਨੂੰ ਪਤਾ ਹੈ, ਬਜ਼ੁਰਗਾਂ ਨੂੰ ਵੀ ਪਤਾ ਹੈ। ਅਸੀਂ ਕਹਿੰਦੇ ਹਾਂ ਬੀਰਬਲ ਬੜਾ ਚਲਾਕ ਸੀ, ਅਕਬਰ ਤੇ ਬੀਰਬਲ ਵਾਲਾ। ਪਰ ਇਹੀ ਬੀਰਬਲ ਜਿਹੜਾ ਗੁਰੂ ਘਰ ਦਾ ਵਿਰੋਧੀ ਸੀ, ਇੱਕ ਵਾਰੀ ਚੰਦੂ ਦੇ ਕਹਿਣ ਦੇ ਉੱਤੇ ਇਹਨਾਂ ਜਾਤ ਅਭਿਮਾਨੀਆਂ ਦੀ ਚੁੱਕ ਨੂੰ ਲੈ ਕੇ ਇਹ ਦਰਬਾਰ ਸਾਹਿਬ ਆਇਆ ਸੀ। ਤੇ ਇੱਥੇ ਆ ਕੇ ਜਦੋਂ ਸਤਿਗੁਰਾਂ ਨੂੰ ਇੱਥੋਂ ਤੱਕ ਇਹ ਆਖਿਆ ਗਿਆ ਸੀ, ਡਰਾਵਾ ਵੀ ਦਿੱਤਾ ਗਿਆ ਵੀ ਜੇਕਰ ਤੁਸੀਂ ਆਪਣਾ ਕੋਈ ਕਰ ਨਹੀਂ ਦਿੰਦੇ, ਟੈਕਸ ਨਹੀਂ ਦਿੰਦੇ, ਤੇ ਤੁਹਾਡੇ ਉੱਤੇ ਅਸੀਂ ਫੌਜ ਲੈ ਕੇ ਹਮਲਾ ਵੀ ਕਰਾਂਗੇ। ਪਰ ਕਾਰਨ ਇਹ ਬਣਿਆ ਕੁਦਰਤ ਦਾ ਵੀ ਇਹਨੂੰ ਅੱਗੇ ਜਾਣਾ ਪਿਆ। ਉੱਥੇ ਰਸਤੇ ਦੇ ਵਿੱਚ ਜੁਸਫੀਆਂ ਨੇ ਇਹਨੂੰ ਮਾਰ ਦਿੱਤਾ ਸੀ। ਜਦੋਂ ਤੋਂ ਹਾਰ ਗਿਆ ਤੇ ਉਹਨਾਂ ਦੇ ਕੋਲੋਂ ਇਹ ਮਾਰਿਆ ਗਿਆ। ਜਦੋਂ ਇਹ ਦਰਬਾਰ ਸਾਹਿਬ ਆਇਆ ਸੀ ਅੰਮ੍ਰਿਤਸਰ ਦੀ ਧਰਤੀ ਤੇ, ਇਹਨੇ ਕਰ ਮੰਗਿਆ ਤੇ ਸਤਿਗੁਰਾਂ ਨੇ ਆਖਿਆ ਭਲਿਆ ਇਹ ਕੋਈ ਗੱਲ ਕਰਨ ਵਾਲੀ ਨਹੀਂ। ਟੈਕਸ ਉਸ ਜਗ੍ਹਾ ਦੇ ਉੱਤੇ ਲਾਇਆ ਜਾ ਸਕਦਾ ਜਿੱਥੇ ਕੋਈ ਵਪਾਰ ਹੋ ਰਿਹਾ ਹੋਵੇ, ਜਿੱਥੇ ਕੋਈ ਕਾਰੋਬਾਰ ਹੋ ਰਿਹਾ ਹੋਵੇ। ਇਹ ਤੇ ਸਿੱਖਾਂ ਦੀ 10 ਨੋਹਾਂ ਦੀ ਕਿਰਤ ਕਮਾਈ ਦੇ ਨਾਲ ਚੱਲ ਰਿਹਾ ਹੈ। ਇੱਥੋਂ ਜਦੋਂ ਇਹ ਗੱਲ ਅਕਬਰ ਤੱਕ ਪਹੁੰਚੀ ਸੀ ਤੇ ਅਕਬਰ ਦੇ ਸਮੇਂ ਇੱਕ ਸਭ ਤੋਂ ਵੱਡਾ ਜਿਹੜਾ ਫੈਸਲਾ ਲਿਆ ਗਿਆ ਸੀ, ਉਹ ਫੈਸਲਾ ਇਹ ਸੀ ਕਿ ਧਾਰਮਿਕ ਸਥਾਨ ਕੋਈ ਵੀ ਹੋਵੇ, ਭਾਵੇਂ ਕੋਈ ਮੰਦਿਰ ਹੈ, ਭਾਵੇਂ ਕੋਈ ਮਸਜਿਦ ਹੈ, ਭਾਵੇਂ ਕੋਈ ਗੁਰਦੁਆਰਾ ਹੈ, ਭਾਵੇਂ ਕੋਈ ਚਰਚ ਹੈ, ਕਿਸੇ ਤੋਂ ਕੋਈ ਕਾਰ ਟੈਕਸ ਨਹੀਂ ਲਿਆ ਜਾਵੇਗਾ, ਭਾਵੇਂ ਇੱਥੇ ਜਿੰਨਾ ਮਰਜ਼ੀ ਚੜਾਵਾ ਹੋਵੇ। ਉਹਦੇ ਤੋਂ ਪਹਿਲਾਂ ਟੈਕਸ ਲਿਆ ਜਾਂਦਾ ਸੀ। ਜਦੋਂ ਕੋਈ ਹਿੰਦੂ ਵੀਰ ਆਪਣੇ ਧਾਰਮਿਕ ਸਥਾਨਾਂ 'ਤੇ ਯਾਤਰਾਵਾਂ ਲਈ ਜਾਂਦਾ ਸੀ, ਦਰਸ਼ਨ ਕਰਨ ਲਈ ਜਾਂਦਾ ਸੀ, ਉਹਨੂੰ ਪਹਿਲਾਂ ਟੈਕਸ ਦੇਣਾ ਪੈਂਦਾ ਸੀ।
पर ये जिहड़ा टैक्स पंजवें पातशाह जी के समय बंद होया। तो ये भी एक बीरबल सी, ये भी एक शहीदी का कारण सी। ये भी सतगुरां दे घर दा, गुरु घर दे विरोधी सी, चढ़ के आया। तो उहदे तो अगे जदों शिकायतां चंदू दे कोल गईयां ने, चंदू ने अकबर नूं चुकिया तो अकबर फिर एक बारी बटाले की धरती तो जदों लाहौर नूं आया सी, उदों इन्हें आके गुरु ग्रंथ साहिब जी के दर्शन भी किए सन। सतगुरां ने भेजिया सी कुछ सिखां नूं नाल लैके। जदों इत्थों हुक्मनामे वेखे भी इहदे विच सारियां नूं बराबरता दिती गई है, इहदे विच उस मालक की परमात्मा की बंदगी करन की गल कीती है। तो उदों कुछ इतिहासकारां ये भी गल लिखी भी इहदे अगे उन्हें 500 मोहरा रख के धन श्री गुरु ग्रंथ साहिब जी नूं नमस्कार कीती सी, मत्था टेकिया सी ते नाले भाई गुरदास जी नूं गल आखी सी भी मैं राजा वां, मैनूं धन श्री गुरु अर्जन पातशाह जी के बारे, गुरु नानक पातशाह जी के घर के बारे पता है, पर इत्थे लोकां दीयां जिहड़ियां शिकायतां ने उन्हां नूं भी सुनना पैंदा है। इहदे करके धन गुरु अर्जन पातशाह जी के कोलों मेरी माफ़ी मंगिया जी। कुछ ही समय तो बाद इहदी मौत हो जाती है तो जहांगीर जिहड़ा वो गद्दी दे उत्ते बैठदा है, बादशाह बनता है। तो ये चंदू जिथे एक काने की मौत नूं लैके पुरोहितां ने चुकिया सी, उत्थे एक सबब ये भी बनिया भी रिश्ता जोड़न का भी जिहड़ा आप जी नूं पता है। इहदी जिहड़ी धी सी ਉਹਦੇ बारे इन्ने पुरोहित सी जिहड़ा ब्राह्मण सी, उदों वेखिया जांदा सी भी परिवार कोई ज़्यादा नहीं सी वेखण जांदा। जेकर कोई वड्डा किसी ने चला गया जां बैठियां जां कोई मुखिया हुंदा सी, वो जांदा सी वख-वख थावां ते उन्हां ने रिश्ता पक्का कर दिता तो पक्का ही समझिया जांदा सी, जो जवान हो जाती सी। ते चंदू ने आख्या भी मेरी धी जवान है, ਇਹਦੇ ਲਈ कोई मेरे ही बराबर का कोई मेरी ही जात का कोई होवे भी उत्थे जाके भी जा तू जाके वेख भी इस रिश्ते नूं पक्का करके आ। चंगा होना चाहिए, उच्चा रुतबा होवे, धन की कोई कमी ना होवे, चंगा मकान होवे। ये जदों लाहौर के इलाके दे वल विचरदा पिया सी पुरोहित, तो इत्थे जदों कोई भी इहो जिहा रिश्ता ना मिलिया, जेकर कोई सुनखा मुंडा मिलदा सी, वो जां ते कोई नशे करदा सी ते जां वो गरीब होया करदा सी, बराबर का कोई भी रिश्ता नहीं सी। बड़ा परेशान होया। इन्हें अपने साथियों नूं पुछया भी जेकर मैं इदां ही वापस चला गया तो चंदू नूं की पता भी मैनूं की सज़ा देवे, उहदे की बोल होण। इत्थों पता लगा भी अमृतसर की धरती के उत्ते पंजवें पातशाह धन गुरु अर्जन पातशाह जी के जिहड़े सपुत्र ने गुरु हरगोबिंद पातशाह जी, उन्हां दे लई सतगुरु पातशाह जी रिश्ता लभ रहे ने। जेकर तुसीं उत्थे चले जाओ शायद तुहाडी गल बन जावे। तो ये फिर पुरोहित चल के जदों सतगुरां दे कोल आया तो इन्हें आके नमस्कार की। अमृत वेले का दीवान चल रहा सी, दीवान की समाप्ति हुई है। जदों संगतां नमस्कार करके सतगुरां नूं जा रहीआं ने, अपने बचन बिलास करदियां ने, उत्थे इस पुरोहित ने आके सतगुरां दे चरनां दे विच बेनती की, सतगुरु जीओ मैं दिल्ली की धरती तो आया वां, चंदू ने भेजिया है, उन्हां दी धी दे लई कोई मैं जोग वर लभ रहा। सुनिया भी तुसीं गुरु हरगोबिंद पातशाह दे लई अपने पुत्र दे लई रिश्ता लभ रहे हो। तो सतगुरां ने आख्या भी हाँ जी लभ रहे हैं। कहंदे जेकर तुहानूं मंजूर होवे तो ये रिश्ता तुसीं प्रवान करो। तो सतगुरां ने आख्या कोई गल नहीं, ठीक है प्रवान है। तो ये रिश्ता पक्का करके जदों दिल्ली गया तो दिल्ली जाके इन्हें चंदू नूं दस्सिया, जाके मुबारकां दित्तियां ने। उत्थे इतिहासकार लिखते हैं भी चंदू हुण शाही दरबार दे विच दीवान का काम सी ते आले दुआले दे जिहड़े लोग सन उहदे कोल आया करदे सन काम कराउण दे लई। अज दा समय दा ला लो कैबिनेट मंत्री, तो इलाके दे उहदे विच सिख भी आया करदे सन काम कराउण लई। जदों इत्थे आए ने तो ये चंदू नूं जाके मुबारकां दिंदा है। तो चंदू ने पूछा किस चीज़ दियां मुबारकां? कहंदे भी जिहो जिहा तुसीं वर लभदे सो उहो जिहा जोग वर मिल गया तो तुहाडी धी दा मैं रिश्ता पक्का कराया। मुबारकां दित्तियां, पुछना भी की खानदान है, कित्थों दा रहण वाला है। तो आखण लगा भी सुनिया होवेगा गुरु नानक दी जोत
ਪੰਜਵੀਂ ਜਿਹੜੀ ਜੋਤ ਹੈ ਗੁਰੂ ਅਰਜਨ ਪਾਤਸ਼ਾਹ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਵਸਾਇਆ ਹੈ, ਉਸ ਦਾ ਜਿਹੜਾ ਪੁੱਤਰ ਹੈ ਉਹਨਾਂ ਦੇ ਨਾਲ ਤੁਹਾਡੀ ਧੀ ਦਾ ਰਿਸ਼ਤਾ ਪੱਕਾ ਕਰਾਇਆ। ਤੇ ਚੰਦੂ ਮੁਸਕਰਾ ਕੇ ਬੋਲਿਆ, ਹੰਕਾਰ ਦੇ ਵਿੱਚ ਬੋਲਿਆ, ਕਹਿਣ ਲੱਗਾ ਤੂੰ ਤੇ ਚੁਬਾਰੇ ਦੀ ਜਿਹੜੀ ਇੱਟ ਹੈ ਉਹ ਮੋਰੀ ਦੇ ਵਿੱਚ ਲਾਏ ਹੈ। ਕਹਿਣ ਤੋਂ ਭਾਵ ਇਹ ਸੀ ਵੀ ਮੈਂ ਕਿੱਥੇ ਸ਼ਾਹੀ ਦਰਬਾਰ ਦਾ ਦੀਵਾਨ ਤੇ ਕਿੱਥੇ ਉਹ ਨਿੱਕਾ ਜਿਹਾ ਕਿਸੇ ਦੀਆਂ ਦੂਸਰਿਆਂ ਦੀਆਂ ਕਿਰਤ ਕਮਾਈਆਂ ਦੇ ਕਰਕੇ ਕੋਈ ਆ ਕੇ ਉਹਨੂੰ ਮੱਥਾ ਟੇਕਦੇ ਨੇ ਤੇ ਉਹਦੇ ਨਾਲ ਉਹਦਾ ਗੁਜ਼ਾਰਾ ਚੱਲਦਾ ਪਿਆ। ਜੇਕਰ ਸਿੱਖਾਂ ਨੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਧੀ ਦਾ ਕੀ ਬਣੇਗਾ? ਉਹ ਤੇ ਲੋਕਾਂ ਦੇ ਨਮਸਕਾਰਾਂ ਦੇ ਕਰਕੇ, ਲੋਕਾਂ ਦੇ ਪੈਸਿਆਂ ਦੇ ਕਰਕੇ ਆਪਣਾ ਗੁਜ਼ਾਰਾ ਕਰਦਾ ਪਿਆ। ਇਹੋ ਜਿਹੇ ਉਹਨੇ ਮਾੜੇ ਸ਼ਬਦ ਬੋਲੇ। ਪਰ ਅੱਗੋਂ ਇਹਨੇ ਆਖਿਆ ਵੀ ਪ੍ਰੋਹਿਤ ਨੇ ਆਖਿਆ ਨਹੀਂ, ਉਹ ਗੁਰੂ ਨਾਨਕ ਦੀ ਗੋਤ ਨੇ, ਉਹਨਾਂ ਦੇ ਕੋਲ ਸਿੱਖ ਆ ਕੇ ਨਮਸਕਾਰ ਵੀ ਕਰਦੇ ਨੇ ਤੇ ਉਹਨਾਂ ਦੇ ਕੋਲੋਂ ਦਾਤਾਂ ਲੈ ਕੇ ਜਾ ਰਹੇ ਨੇ। ਤੁਸੀਂ ਕਹਿੰਦੇ ਹੋ ਵੀ ਉਹ ਕਿਸੇ ਤੋਂ ਲੈ ਕੇ ਖਾ ਰਹੇ ਨੇ। ਕਹਿੰਦੇ ਨਹੀਂ, ਲੋਕੀ ਤੇ ਸਗੋਂ ਵੱਡੇ ਵੱਡੇ ਧਨਾੜ ਨੇ, ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਨੇ ਜਾਂ ਵੱਡੇ ਵੱਡੇ ਵਪਾਰੀ ਨੇ, ਉਹ ਸਤਿਗੁਰਾਂ ਦੇ ਕੋਲ ਆਉਂਦੇ ਨੇ, ਆ ਕੇ ਨਮਸਕਾਰ ਕਰਦੇ ਨੇ ਤੇ ਉਹਨਾਂ ਦੇ ਕੋਲੋਂ ਧਨ ਦੀਆਂ ਦਾਤਾਂ ਲੈ ਕੇ ਜਾਂਦੇ ਨੇ। ਤੇ ਉੱਥੇ ਕੁਝ ਸਿੱਖ ਬੈਠੇ ਹੋਏ ਸਨ। ਸਿੱਖਾਂ ਨੇ ਇਸ ਗੱਲ ਨੂੰ ਸੁਣਿਆ ਵੀ ਗੁਰੂ ਨਾਨਕ ਦਾ ਜਿਹੜਾ ਘਰ ਹੈ ਇਸ ਨੂੰ ਮੋਰੀ ਦੀ ਇੱਟ ਆਖਿਆ। ਤੇ ਅਗਲੇ ਦਿਨ ਚਲੋ ਕਿਸੇ ਨਾ ਕਿਸੇ ਕਾਰਨ ਦੇ ਕਰਕੇ, ਕਿਵੇਂ ਨਾ ਕਿਵੇਂ ਕਰਕੇ ਇਹ ਮੰਨ ਗਿਆ। ਤੇ ਕੁਝ ਇਤਿਹਾਸਕਾਰ ਇੱਥੋਂ ਤੱਕ ਇਹ ਵੀ ਲਿਖਦੇ ਨੇ, ਇਹਨੇ ਗੱਲ ਆਖੀ ਵੀ ਜੇਕਰ ਮੇਰਾ ਦਿਮਾਗ ਹੈ ਜਿਹੜਾ ਉਹਦੇ ਕੋਲ ਕੁਝ ਨਾ ਵੀ ਖਰਚਾ ਗੁਜ਼ਾਰੇ ਦੇ ਲਈ ਹੋਇਆ ਤੇ ਮੈਂ ਉਹਨੂੰ ਸ਼ਾਹੀ ਦਰਬਾਰ ਦੇ ਵਿੱਚ ਕੋਈ ਨੌਕਰੀ ਲਵਾ ਦੇਵਾਂਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਾਰੇ। ਤੇ ਸਿੱਖਾਂ ਨੇ ਰਾਤ ਨੂੰ ਮਤਾ ਪਕਾਇਆ, ਸਾਰੇ ਸਿੱਖਾਂ ਨੇ, ਦਿੱਲੀ ਦਿਆਂ ਨੇ। ਅਗਲੇ ਦਿਨ ਸ਼ਗਨ ਦਾ ਸਮਾਨ ਲੈ ਕੇ, ਸਗਾਈ ਦਾ ਸਮਾਨ ਲੈ ਕੇ ਇਹ ਆਉਣਾ ਸੀ ਅੰਮ੍ਰਿਤਸਰ ਦੀ ਧਰਤੀ ਤੇ ਸਿੱਖਾਂ ਨੇ ਰਾਤੋਂ ਰਾਤ ਮਤਾ ਪਕਾਇਆ ਵੀ ਕਿਉਂ ਨਾ ਜਾ ਕੇ ਇਹ ਜਿਹੜੀ ਗੱਲ ਹੈ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਤੀ ਜਾਵੇ। ਸਤਿਗੁਰੂ, ਇਹ ਗੁਰੂ ਨਾਨਕ ਦਾ ਦਰ, ਜਿਸ ਦਰ ਦੇ ਉੱਤੇ ਹਰੇਕ ਕੋਈ ਆ ਕੇ ਝੁਕ ਰਿਹਾ, ਸਿੱਖੀ ਇੱਥੋਂ ਤੱਕ ਇੰਨੀ ਵੱਧ ਚੁੱਕੀ ਹੈ ਵੀ ਇਸ ਸਮੇਂ ਦੂਰ ਦਰੇਡੇ ਦੇ ਇਲਾਕਿਆਂ ਦੇ ਵਿੱਚ ਜਾ ਕੇ ਮਸੰਦ ਜਿਹੜੇ ਪ੍ਰਚਾਰ ਕਰਿਆ ਕਰਦੇ ਸਨ। ਇਹ ਕੇਵਲ ਸਿੱਖੀ ਦਾ ਕੇਂਦਰ ਕੋਈ ਕਰਤਾਰਪੁਰ ਜਾਂ ਖਡੂਰ ਸਾਹਿਬ, ਗੋਇੰਦਵਾਲ ਜਾਂ ਅੰਮ੍ਰਿਤਸਰ ਨਹੀਂ ਸੀ। ਉਦੋਂ ਵੱਖ-ਵੱਖ ਇਲਾਕਿਆਂ ਦੇ ਵਿੱਚ, ਕਿੱਥੇ ਕਾਬਲ ਕੰਧਾਰ, ਕਿੱਥੇ ਪੰਜਾਬ ਦੇ ਵਿੱਚ ਤੇ ਕਿੱਥੇ ਜਮਨਾ ਨੂੰ ਛੂੰਹਦਾ ਹੋਇਆ ਦਿੱਲੀ, ਇੱਥੋਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਸੀ। ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਆ ਰਹੀਆਂ ਸਨ। ਤੇ ਜਿਹਨੂੰ ਭੱਟ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਇੱਥੋਂ ਤੱਕ ਆਖੀ ਵੀ ਉਸ ਗੁਰੂ ਨਾਨਕ ਦੇ ਘਰ ਦੇ ਬਾਰੇ ਗੱਲ ਕਰ ਰਿਹਾ ਵੀ ਉਹਨੂੰ ਇਹ ਮੋਰੀ ਦੀ ਅੱਟ ਕਹਿ ਰਹੇ ਨੇ ਵੀ ਜਿਹਨੂੰ ਭੱਟ ਸਾਹਿਬਾਨ ਸ਼ੋਭਾ ਦੇ ਵਿੱਚ ਇਹ ਗੱਲ ਲਿਖਦੇ ਨੇ, ਜੇਕਰ ਕਲਯੁਗ ਦੇ ਵਿੱਚ ਕੋਈ ਇਸ ਸੰਸਾਰ ਦੇ ਵਿੱਚੋਂ ਤਾਰਨ ਵਾਲਾ ਉਹ ਕੇਵਲ ਤੇ ਕੇਵਲ ਗੁਰੂ ਅਰਜਨ ਪਾਤਸ਼ਾਹ ਜੀ ਨੇ। ਕਿਉਂ? ਗੁਰੂ ਅਰਜਨ ਪਾਤਸ਼ਾਹ ਜੀ ਇੱਕ ਜਹਾਜ਼ ਦਾ ਕੰਮ ਕਰਦੇ ਪਏ ਨੇ ਤੇ ਇਸ ਜਹਾਜ਼ ਦੇ ਵਿੱਚ ਜੇਕਰ ਸਾਰੀ ਸ੍ਰਿਸ਼ਟੀ ਵੀ, ਸਾਰਾ ਸੰਸਾਰ ਦੇ ਲੋਕ ਵੀ ਇਸ ਜਹਾਜ਼ ਦੇ ਵਿੱਚ ਚੜ੍ਹ ਜਾਣ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹੋ ਜਿਹੇ ਮਲਾਹ ਨੇ, ਉਹਨਾਂ ਨੂੰ ਸਾਬਤ ਇਸ ਭਵਜਲ ਸਾਗਰ ਦੇ ਵਿੱਚੋਂ ਉਤਾਰ ਦੇਣਗੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਹਤਰੋ, ਬਿਹਤਰੋ ਦਾ ਤਾਂ ਬਿਹਤਰ ਤੌਰ 'ਤੇ ਚੰਗੇ ਤਰੀਕੇ ਦੇ ਨਾਲ ਸਿੱਖਾਂ ਨੇ ਮਤਾ ਪਾਇਆ। ਇੱਕ ਸਿੱਖ ਨੂੰ ਭੇਜਿਆ ਵੀ ਤੂੰ ਇੱਦਾਂ ਕਰ ਵੀ ਜਾ ਕੇ ਇਹ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਚਿੱਠੀ ਦੇ। ਦਿੱਲੀ ਦੀ ਧਰਤੀ ਤੋਂ ਸਿੱਖ ਵੀ ਤੁਰਿਆ ਤੇ ਉੱਧਰੋਂ ਇਹ ਜਿਹੜਾ ਪ੍ਰੋਹਿਤ ਹੈ ਇਹ ਕੁਝ ਆਪਣੇ ਨਾਲ ਸਮਾਨ ਲਿਆ ਸ਼ਗਨ ਦਾ ਤੇ ਸਤਿਗੁਰਾਂ ਦੇ ਲਈ ਲੈ ਕੇ ਆਇਆ। ਇੱਥੇ ਮਾਤਾ ਗੰਗਾ ਜੀ ਬੜੇ ਪ੍ਰਸੰਨ ਨੇ। ਇਹ ਰਾਤੀ ਆ ਕੇ ਬ੍ਰਾਹਮਣ ਵੀ ਪੁੱਜ ਗਿਆ, ਇਹ ਸਿੱਖ ਵੀ ਪੁੱਜਾ। ਦੋਵਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਤੇ ਅਗਲੀ ਸਵੇਰ ਹੋਈ, ਦੀਵਾਨ ਦੀ ਸਮਾਪਤੀ ਹੋਈ ਤੇ ਸਤਿਗੁਰਾਂ ਨੇ ਆਖਿਆ ਵੀ ਇੱਦਾਂ ਕਰੋ, ਲਿਆਓ ਬ੍ਰਾਹਮਣ ਜੀ, ਜਿਹੜੀ ਰਸਮ ਬਣਦੀ ਹੈ ਇਹ ਰਸਮ ਕੀਤੀ ਜਾਵੇ। ਇਹ ਸਿੱਖ ਨੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਜੀਓ, ਇਹ ਤੁਸੀਂ ਰਿਸ਼ਤਾ ਲੈਣ ਤੋਂ ਪਹਿਲਾਂ ਆ ਇੱਕ ਚਿੱਠੀ ਦਿੱਲੀ ਦੀਆਂ ਸੰਗਤਾਂ ਨੇ ਲਿਖੀ ਹੈ ਵੀ ਇਹ ਚਿੱਠੀ ਨੂੰ ਤੁਸੀਂ ਪ੍ਰਵਾਨ ਕਰੋ। ਆ ਚਿੱਠੀ ਤੁਹਾਡੇ ਲਈ ਲਿਖੀ ਗਈ ਹੈ, ਤੋਂ ਪਹਿਲਾਂ ਪੜ੍ਹੀ ਜਾਵੇ। ਜਦੋਂ ਉਹਦੇ ਵਿੱਚ ਪੜ੍ਹਿਆ ਗਿਆ, ਸਭ ਗੱਲ ਦਾ ਪਤਾ ਲੱਗਾ ਤੇ ਉਹਦੇ ਵਿੱਚ ਸਿੱਖਾਂ ਨੇ ਇਹ ਗੱਲ ਲਿਖੀ, ਸਤਿਗੁਰੂ, ਇਹ ਗੁਰੂ ਘਰ ਦਾ ਨਿੰਦਕ ਹੈ,
ਇਹ ਸਾਖਤ ਹੈ ਰੱਬ ਦੇ ਨਾਲ ਟੁੱਟਿਆ ਹੋਇਆ, ਤੁਸੀਂ ਰੱਬ ਦੇ ਨਾਲ ਜੋੜ ਰਹੇ ਹੋ, ਤੁਹਾਡੇ ਘਰ ਦੇ ਵਿੱਚ ਠੰਡ ਵਰਤਾਈ ਜਾ ਰਹੀ ਹੈ, ਠੰਡਕ ਮਿਲ ਰਹੀ ਹੈ, ਤੇ ਇਸ ਘਰ ਦੇ ਨਾਲ ਇਸ ਧੀ ਦਾ ਜਿਹੜਾ ਇਹਦੇ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਜੁੜਨਾ ਚਾਹੀਦਾ, ਇਹਦਾ ਰਿਸ਼ਤਾ ਪ੍ਰਵਾਨ ਨਾ ਕਰਿਆ ਜੀ। ਤੇ ਸਤਿਗੁਰਾਂ ਨੇ ਪ੍ਰੋਹਿਤ ਨੂੰ ਆਖਿਆ ਵੀ ਇਹ ਗੁਰੂ ਨਾਨਕ ਦੀ ਸੰਗਤ ਦੇ ਕਰਕੇ ਗੁਰੂ ਨਾਨਕ ਦਾ ਘਰ ਹੈ, ਇਹਦੇ ਅੰਦਰ ਉੱਚੀਆਂ ਨੂੰ ਕੋਈ ਥਾਂ ਨਹੀਂ ਹੈ। ਕਿਉਂ ਸਤਿਗੁਰ ਦੀ ਬਾਣੀ ਇਹ ਗੱਲ ਆਖਦੀ ਹੈ ਨਾ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸੋ ਕਿਆਰੀ। ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਜਿੱਥੇ ਗੁਰੂ ਨਾਨਕ ਆਪਣੇ ਆਪ ਨੂੰ ਨਿਮਾਣਾ ਕਹਿ ਰਹੇ ਆ, ਜਿੱਥੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਖਦੇ ਨੇ ਵੀ ਅਸੀਂ ਸੰਗਤਾਂ ਦੇ ਚਰਨਾਂ ਦੀ ਧੂੜ ਆ, ਤੇ ਉੱਥੇ ਜਦੋਂ ਇਹ ਗੱਲ ਦਾ ਪਤਾ ਲੱਗਾ ਤੇ ਸਤਿਗੁਰਾਂ ਨੇ ਆਖਿਆ ਵੀ ਸੰਗਤਾਂ ਦਾ ਹੁਕਮ ਹੋਇਆ ਤੇ ਇਹ ਰਿਸ਼ਤਾ ਪ੍ਰਵਾਨ ਨਹੀਂ ਕਰ ਸਕਦੇ, ਜਾਓ ਜਾ ਕੇ ਆਪਣੇ ਚੰਦੂ ਨੂੰ ਇਹ ਗੱਲ ਆਖੋ ਵੀ ਤੁਸੀਂ ਵੱਡੇ ਹੋ, ਵੱਡਿਆਂ ਦੇ ਨਾਲ ਸਾਡੀਆਂ ਕੋਈ ਰੀਸਾਂ ਨਹੀਂ। ਇੱਥੇ ਤੇ ਨੀਵਿਆਂ ਤੇ ਨੀਵਿਆਂ ਦੇ ਵਿੱਚ ਨੀਵੇਂ ਹੀ ਫੱਬਦੇ ਨੇ, ਸਾਡੇ ਬਰਾਬਰ ਦੇ ਹੀ ਚੰਗੇ ਲੱਗਦੇ ਨੇ। ਤੇ ਜੇਕਰ ਤੁਸੀਂ ਆਪਣੇ ਆਪ ਨੂੰ ਹੰਕਾਰੀ ਮੰਨਦੇ ਹੋ, ਆਪਣੇ ਆਪ ਨੂੰ ਵੱਡਾ ਮੰਨਦੇ ਹੋ, ਜਾਓ ਆਪਣੀ ਧੀ ਦੇ ਲਈ ਕੋਈ ਬਰਾਬਰ ਦਾ ਰਿਸ਼ਤਾ ਲੱਭ ਲਵੋ। ਤੇ ਇਸ ਪ੍ਰੋਹਿਤ ਨੇ ਆਖਿਆ ਨਹੀਂ ਸਤਿਗੁਰੂ ਇੱਦਾਂ ਦੀ ਕੋਈ ਗੱਲ ਨਹੀਂ, ਮੰਨਨੇ ਆ ਵੀ ਚੰਦੂ ਨੇ ਇਹ ਗੱਲ ਆਖੀ ਸੀ, ਪਰ ਬਾਅਦ ਦੇ ਵਿੱਚ ਉਹਨੇ ਮਾਫੀ ਮੰਗ ਲਈ। ਪਰ ਸਤਿਗੁਰਾਂ ਨੇ ਇੱਕ ਗੱਲ ਆਖੀ ਨਹੀਂ, ਜੋ ਸੰਗਤ ਦਾ ਹੁਕਮ ਹੈ, ਸੰਗਤ ਦਾ ਹੁਕਮ ਸਤ ਕਰਕੇ ਮੰਨਿਆ ਜਾਣਾ। ਇੱਥੇ ਸੰਗਤ ਦਾ ਹੁਕਮ ਹੀ ਅਸਲ ਦੇ ਵਿੱਚ ਗੁਰਮਤ ਹੈ। ਤੇ ਅੱਜ ਵੀ ਪਿਆਰ ਵਾਲਿਓ ਵਿੱਚ ਗੁਰਮਤਿ ਦੀ ਜਿਹੜੀ ਪ੍ਰਥਾ ਹੈ, ਜੋ ਸੰਗਤ ਹੁਕਮ ਲੈ ਲਵੇ ਉਹ ਮੰਨਣਾ ਪਵੇਗਾ। ਜੋ ਸੰਗਤ ਦਾ ਹੁਕਮ ਹੈ, ਗੁਰਮਤਿ ਦੇ ਵਿੱਚ ਕੇਵਲ ਇੱਕ ਸਿੱਖ ਫੈਸਲਾ ਨਹੀਂ ਲੈ ਸਕਦਾ, ਉਹਦੇ ਵਿੱਚ ਸਾਰੇ ਸੂਝਵਾਨ ਜਿਹੜੇ ਸਿੱਖ ਨੇ ਉਹ ਬਹਿ ਜਾਣ ਤੇ ਬਹਿ ਕੇ ਜਿਹੜਾ ਵੀ ਫੈਸਲਾ ਲਿਆ ਜਾਂਦਾ ਉਸ ਫੈਸਲੇ ਨੂੰ ਮੰਨਿਆ ਜਾਂਦਾ, ਉਸ ਚੀਜ਼ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਇਹਨੇ ਜਾ ਕੇ ਚੰਦੂ ਨੂੰ ਜਦੋਂ ਇਹ ਗੱਲ ਆਖੀ ਹੈ ਵੀ ਸਤਿਗੁਰਾਂ ਨੇ ਤੁਹਾਡਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਤੇ ਚੰਦੂ ਹੋਰ ਥੋੜਾ ਜਿਹਾ ਅੱਗ ਬਲੋਲਾ ਹੋ ਗਿਆ, ਹੋਰ ਕ੍ਰੋਧ ਦੇ ਵਿੱਚ, ਹੋਰ ਹੰਕਾਰ ਦੇ ਨਾਲ ਭਰ ਪਿਆ ਵੀ ਇੱਕ ਪਾਸੇ ਮੈਂ ਉਸ ਘਰ ਦੀ ਚੰਗਾਈ ਸੋਚਣਾ ਪਿਆ ਵਾ ਵੀ ਜੇਕਰ ਕਿਤੇ ਕੋਈ ਸਮਾਂ ਇਹੋ ਜਿਹਾ ਵੀ ਆ ਗਿਆ ਤੇ ਮੈਂ ਇਹ ਸ਼ਾਹੀ ਦਰਬਾਰ ਦੇ ਵਿੱਚ ਉਹਨਾਂ ਦੇ ਪੁੱਤਰ ਨੂੰ ਨੌਕਰੀ ਲਵਾਉਣ ਨੂੰ ਫਿਰਦਾ ਸਾਂ, ਪਰ ਇਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦੇ ਨੇ, ਇੰਨੇ ਹੰਕਾਰੀ ਹੋ ਗਏ ਨੇ। ਪਰ ਇੰਨਾ ਕੀ ਪਤਾ ਸੀ ਚੰਦੂ ਆਪ ਹੰਕਾਰੀ ਹੈ। ਇਹ ਗੱਲ ਇੱਥੋਂ ਤੱਕ ਇੰਨੀ ਚੁਭੀ ਹੈ, ਇਹਨੇ ਜਾ ਕੇ ਹੁਣ ਇਹੋ ਜਿਹੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਨੇ, ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਨੇ। ਵੇਖੋ ਬਾਦਸ਼ਾਹ ਜੀ, ਤੁਹਾਡੇ ਰਾਜ ਦੇ ਵਿੱਚ ਤੁਸੀਂ ਇਹ ਗੱਲ ਆਖਦੇ ਪਏ ਹੋ ਇਸ ਜਗ੍ਹਾ ਦੇ ਉੱਤੇ ਕੋਈ ਵੀ ਸੁੰਨੀ ਮੁਸਲਮਾਨ ਤੋਂ ਬਿਨਾਂ ਨਹੀਂ ਕੋਈ ਰਹਿ ਸਕਦਾ। ਆ ਤੁਹਾਡੇ ਰਾਜ ਦੇ ਵਿੱਚ ਵੇਖੋ ਵੀ ਆਪਣਾ ਵਧੀਆ ਜਿਹੜਾ ਵੱਖਰਾ ਪੰਥ ਚਲਾਇਆ ਹੋਇਆ ਹੈ, ਵੱਖਰਾ ਉਹਨਾਂ ਨੇ ਗ੍ਰੰਥ ਬਣਾ ਲਿਆ, ਉਹ ਗ੍ਰੰਥ ਜਿਹਦੇ ਵਿੱਚ ਇਹਨਾਂ ਨੇ ਮੁਹੰਮਦ ਸਾਹਿਬ ਦੇ ਬਾਰੇ, ਸਾਡੇ ਫਕੀਰਾਂ ਦੇ ਬਾਰੇ ਇਹਨਾਂ ਨੇ ਮਾੜਾ ਲਿਖਿਆ। ਭਾਵੇਂ ਗੱਲ ਪਹਿਲਾਂ ਅਕਬਰ ਦੇ ਸਮੇਂ ਮੁੱਕ ਚੁੱਕੀ ਸੀ, ਪਰ ਕੋਈ ਨਾ ਕੋਈ ਤਾਂ ਕਾਰਨ ਚਾਹੀਦਾ ਸੀ ਨਾ, ਕਿਸੇ ਨਾ ਕਿਸੇ ਕਾਰਨ ਦੇ ਕਰਕੇ ਵੀ ਵਿਰੋਧਤਾ ਤੇ ਕਰਨੀ ਸੀ। ਉਹਦਾ ਕਾਰਨ ਇਹ ਚੁੱਕਿਆ ਵੀ ਮੇਰੇ ਜਿਹੜੇ ਭਰਾ ਕਾਨੇ ਨੂੰ ਮਰਵਾ ਦਿੱਤਾ, ਤੇ ਤੁਹਾਡਾ ਜਿਹੜਾ ਬੀਰਬਲ ਸੀ, ਬੀਰਬਲ ਨੂੰ ਵੀ ਜਾ ਕੇ ਮਰਵਾ ਦਿੱਤਾ, ਬੀਰਬਲ ਵੀ ਮਰ ਗਿਆ। ਤੇ ਇਹਦੇ ਲਈ ਕੋਈ ਨਾ ਕੋਈ ਸਖਤ ਕਾਨੂੰਨ ਚੁੱਕੋ, ਕੋਈ ਨਾ ਕੋਈ ਸਖਤ ਹਦਾਇਤ ਕਰੋ, ਨਹੀਂ ਤੇ ਆਉਣ ਵਾਲੇ ਸਮੇਂ ਦੇ ਲਈ ਇਹ ਸਾਡੇ ਤੋਂ ਸਭ ਤੋਂ ਵੱਡੀ ਮੁਸ਼ਕਲ ਬਣ ਜਾਣਗੇ। ਤੇ ਇਹ ਜਿਹੜੀਆਂ ਗੱਲਾਂ ਜਦੋਂ ਜਹਾਂਗੀਰ ਤੱਕ ਜਾਂਦੀਆਂ ਨੇ, ਤੇ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਤੇ ਹੋਰ ਵੀ ਅਨੇਕਾਂ ਕਾਰਨ ਬਣਦੇ ਨੇ, ਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਉਹਨਾਂ ਦੇ ਦਰਬਾਰ ਦੇ ਵਿੱਚ ਜਾਂਦੀਆਂ ਨੇ, ਤੇ ਉਹਦੇ ਤੋਂ ਬਾਅਦ ਫਿਰ ਸਤਿਗੁਰਾਂ ਦੀ ਗ੍ਰਿਫਤਾਰੀ ਹੁੰਦੀ ਹੈ। 3 ਕਾਰਨ ਆਪਾਂ ਵਾਚੇ ਨੇ। ਸਭ ਤੋਂ ਪਹਿਲਾ ਕਾਰਨ ਪ੍ਰਿਥੀ ਚੰਦ ਦਾ ਵਿਰੋਧ, ਦੂਸਰਾ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਤੇ ਤੀਜਾ ਜਿਹੜਾ ਅੱਜ ਕਾਰਨ ਬੀਰਬਲ ਤੇ ਚੰਦੂ ਦੀ ਵਿਰੋਧਤਾ। 2 ਜਿਹੜੇ ਹੋਰ ਕਾਰਨ ਨੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸੋ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ। ਵਿਚਾਰਾਂ ਦੀ ਸਮਾਪਤੀ ਜੀ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।